ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 39ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਜਗਤ ਦੇ ਉਧਾਰ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤੇ ਹਨ ਅਸੀਂ ਉਹ ਸਾਂਝੇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਗੁਰ ਸੇਵੇ ਸੋ ਠਾਕੁਰ ਜਾਣੈ, ਅਰਥਾਤ ਜਿਹੜਾ ਮਨੁੱਖ ਪੂਰਨ ਗੁਰੂ ਦੀ ਸੇਵਾ ਵਿੱਚ ਜੁੜਦਾ ਹੈ ਉਹ ਠਾਕੁਰ ਨੂੰ ਜਾਣ ਲੈਂਦਾ ਹੈ। ਅਰਥਾਤ ਪਰਮਾਤਮਾ ਦੇ ਨਾਲ ਜਾਣ ਪਛਾਣ ਬਣਾਉਣ ਦਾ ਇੱਕੋ ਹੀ ਢੰਗ ਹੈ ਕਿ ਮਨੁੱਖ ਗੁਰੂ ਦੀ ਸੇਵਾ ਕਰੇ। ਤੇ ਗੁਰੂ ਦੀ ਸੇਵਾ ਦਾ ਕੀ ਮਤਲਬ ਹੈ? ਗੁਰੂ ਦੀ ਸੇਵਾ ਦਾ ਮਤਲਬ ਹੈ ਗੁਰੂ ਦੇ ਉਪਦੇਸ਼ ਨੂੰ ਸੁਣਨਾ, ਸਮਝਣਾ, ਵਿਚਾਰਨਾ ਅਤੇ ਉਹਦੇ ਉੱਤੇ ਅਮਲ ਕਰਨਾ। ਗੁਰ ਕੀ ਸੇਵਾ ਸ਼ਬਦ ਵਿਚਾਰ। ਆਓ ਦੇਖੀਏ। ਗੁਰੂ ਸਾਹਿਬ ਕਹਿੰਦੇ ਨੇ ਬਿਨ ਦਮ ਕੇ ਸੌਦਾ ਨਹੀਂ ਹਾਟ। ਹਾਟ ਮੈਨੇ ਹੁੰਦਾ ਬਾਜ਼ਾਰ। ਹੱਟੀ ਇੱਕ ਦੁਕਾਨ, ਜਿੱਥੇ ਬਹੁਤ ਸਾਰੀਆਂ ਹੱਟੀਆਂ ਹੋਣ ਉੱਥੇ ਉਹਨੂੰ ਹਾਟ ਕਹਿੰਦੇ ਆ। ਹਾਟ ਮੈਨੇ ਬਾਜ਼ਾਰ। ਤੇ ਦਮ ਦਾ ਮਤਲਬ ਸਾਹ ਵੀ ਹੁੰਦਾ ਹੈ ਤੇ ਦਮ ਦਾ ਮਤਲਬ ਦਾਮ ਅਰਥਾਤ ਪੈਸਾ। ਬਿਨ ਦਮ ਕੇ ਸੌਦਾ ਨਹੀਂ ਹਾਟ। ਬਿਨਾਂ ਰਾਸ ਪੂੰਜੀ ਤੋਂ, ਬਿਨਾਂ ਪੈਸੇ ਤੋਂ ਬਾਜ਼ਾਰ ਤੋਂ ਸੌਦਾ ਨਹੀਂ ਖਰੀਦਿਆ ਜਾ ਸਕਦਾ। ਬਿਨ ਬੋਹਿਤ, ਬੋਹਿਤ ਦਾ ਮਤਲਬ ਹੁੰਦਾ ਜਹਾਜ਼। ਸਾਗਰ ਨਹੀਂ ਵਾਟ, ਵਾਟ ਮੈਨੇ ਰਸਤਾ। ਸਾਗਰ ਨਹੀਂ ਵਾਟ, ਸਾਗਰ ਦਾ ਰਸਤਾ ਨਹੀਂ ਕੱਟਿਆ ਜਾ ਸਕਦਾ। ਬਿਨਾਂ ਜਹਾਜ਼ ਤੋਂ ਸਾਗਰ ਦਾ ਰਸਤਾ ਨਹੀਂ ਸਰ ਕੀਤਾ ਜਾ ਸਕਦਾ। ਬਿਨ ਗੁਰ ਸੇਵੇ ਘਾਟੇ ਘਾਟ। ਇਸੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਹਨ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਆਤਮਿਕ ਜੀਵਨ ਵਿੱਚ ਘਾਟਾ ਹੀ ਘਾਟਾ ਹੈ, ਨੁਕਸਾਨ ਹੀ ਨੁਕਸਾਨ ਹੈ। ਫਿਰ ਕੀ ਕਹਿੰਦੇ ਨੇ? ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ। ਹੇ ਭਾਈ, ਉਸ ਗੁਰੂ ਨੂੰ ਵਾਹ ਵਾਹ ਕਰ, ਉਸ ਗੁਰੂ ਨੂੰ ਧੰਨ ਧੰਨ ਆਖ ਜੋ ਜੀਵਨ ਜਿਉਣ ਦਾ ਸਹੀ ਵਾਟ, ਸਹੀ ਰਸਤਾ ਦਿਖਾਉਂਦਾ ਹੈ। ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ। ਉਸ ਗੁਰੂ ਤੋਂ ਬਲਹਾਰ ਜਾ, ਉਸ ਗੁਰੂ ਨੂੰ ਧੰਨ ਧੰਨ ਕਹਿ ਜੋ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾਉਂਦਾ ਹੈ। ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ। ਉਸ ਗੁਰੂ ਤੋਂ ਬਲਹਾਰ ਜਾ, ਉਸ ਗੁਰੂ ਨੂੰ ਵਾਹ ਵਾਹ ਕਰ ਜਿਹੜਾ ਪਰਮਾਤਮਾ ਦੇ ਮਿਲਾਪ ਵਿੱਚ ਤੇਰਾ ਮੇਲ ਕਰਾ ਦਿੰਦਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸਾਹਿਬ ਸਾਵਧਾਨ ਕਰਦੇ ਹਨ ਕਿ ਦੇਹ ਗੁਰੂ ਨਹੀਂ, ਸ਼ਬਦ ਗੁਰੂ ਹੈ। ਜੋ ਗੁਰੂ ਦਾ ਗਿਆਨ ਹੈ ਉਹ ਸ਼ਬਦ ਹੈ ਅਤੇ ਚੇਲਾ ਜੋ ਹੈ ਉਹ ਵੀ ਕੋਈ ਸਰੀਰ ਨਹੀਂ, ਚੇਲਾ ਵੀ ਸੁਰਤ ਹੈ, ਧਿਆਨ ਹੈ। ਅਰਥਾਤ ਜਦੋਂ ਮਨੁੱਖ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ ਤੇ ਉਹਦੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਸੋ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਓ ਦੇਖੀਏ। ਮਨ ਮੇਰੇ ਗੁਰ ਬਚਨੀ ਨਿਧ ਪਾਈ। ਹੇ ਮੇਰੇ ਮਨ, ਜਿਹੜਾ ਵੀ ਮਨੁੱਖ ਗੁਰੂ ਦੇ ਬਚਨਾਂ ਦੇ ਉੱਤੇ ਤੁਰਦਾ ਹੈ ਉਹ ਨਿਧ ਪਾਈ, ਨਿਧ ਮੈਨੇ ਖਜ਼ਾਨਾ, ਉਹ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ। ਤਾਂ ਤੇ ਫਿਰ ਗੁਰੂ ਦੇ ਬਚਨਾਂ ਦੇ ਉੱਤੇ ਤੁਰਨ ਦੇ ਸਦਕਾ ਸੱਚ ਮੈਂ ਰਿਹਾ ਸਮਾਈ। ਸੱਚ ਅਰਥਾਤ ਸਦਾ ਥਿਰ ਪਰਮਾਤਮਾ ਰਿਹਾ ਸਮਾਈ। ਗੁਰੂ ਦੇ ਬਚਨਾਂ ਤੇ ਤੁਰਨ ਸਦਕਾ ਮਨੁੱਖ ਫਿਰ ਸਦਾ ਥਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ। ਉਸਦੀ ਸੁਰਤ ਅਕਾਲ ਪੁਰਖ ਵਿੱਚ ਜੁੜੀ ਰਹਿੰਦੀ ਹੈ। ਗੁਰ ਸਾਖੀ ਅੰਤਰ ਜਾਗੀ। ਸਾਖੀ ਦਾ ਮਤਲਬ ਹੈ ਸਿੱਖਿਆ। ਜਦੋਂ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਦੀ ਜੋਤ ਜਗ ਜਾਂਦੀ ਹੈ, ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਤੇ ਫਿਰ ਮਨੁੱਖ ਉਹ ਵਾਲੀ ਮਤ ਨੂੰ ਛੱਡ ਦਿੰਦਾ ਹੈ ਜਿਹੜੀ ਉਸਨੂੰ ਮਾਇਆ ਦੇ ਪਿੱਛੇ ਹਰ ਵੇਲੇ ਭਟਕਾਈ ਰੱਖਦੀ ਸੀ। ਜਿਹੜੀ ਮਤ ਪਹਿਲੇ ਚੰਚਲ ਸੀ, ਹਰ ਵੇਲੇ ਭਟਕਦੀ ਰਹਿੰਦੀ ਸੀ, ਉਹ ਮਤ ਜਿਹੜੀ ਹੈ ਉਹ ਫਿਰ ਮਨੁੱਖ ਤਿਆਗ ਦਿੰਦਾ ਹੈ ਜਦੋਂ ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਅੰਦਰ ਜਾਗਰਿਤ ਹੋ ਜਾਂਦੀ ਹੈ। ਗੁਰਸਾਖੀ ਕਾ ਉਜਿਆਰਾ। ਜਦੋਂ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਮਿਟਿਆ ਸਗਲ ਅੰਧਿਆਰਾ ਤੇ ਆਤਮਿਕ ਜੀਵਨ ਦੇ ਵਿੱਚ ਉਹਦਾ ਸਾਰਾ ਹਨੇਰਾ, ਸਾਰੇ ਦੁੱਖ ਕਲੇਸ਼, ਉਹਦੇ ਭਰਮ ਵਹਿਮ ਭੁਲੇਖੇ ਉਹ ਸਾਰੇ ਦੂਰ ਹੋ ਜਾਂਦੇ ਹਨ। ਪ੍ਰਭ ਬੇਅੰਤ ਗੁਰਮਤਿ ਕੋ ਪਾਵੇਂ।
ਗੁਰਮਤਿ ਮਾਨੇ ਗੁਰੂ ਦੀ ਮੱਤ। ਗੁਰੂ ਦੀ ਮੱਤ ਉੱਤੇ ਤੁਰ ਕੇ ਕੋਈ ਵਿਰਲੇ ਭਾਗਾਂ ਵਾਲੇ, ਬੇਅੰਤ ਗੁਣਾਂ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਗੁਰ ਕੈ ਸ਼ਬਦ ਮਨ ਕੋ ਸਮਝਾਵੇਂ। ਇਹੋ ਜਿਹੇ ਮਨੁੱਖ ਫਿਰ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕੇ ਆਪਣੇ ਮਨ ਦੇ ਨਾਲ ਜੂਝਦੇ ਹਨ। ਆਪਣੇ ਮਨ ਨੂੰ ਜੋ ਕਿ ਵਿਕਾਰਾਂ ਵੱਲ ਜਾਣ ਦੀ ਉਹਦੀ ਬਿਰਤੀ ਹੁੰਦੀ ਹੈ, ਉਸਨੂੰ ਉੱਥੇ ਜਾਣ ਤੋਂ ਰੋਕਦੇ ਹਨ, ਮਨ ਨੂੰ ਸਮਝਾਉਂਦੇ ਹਨ, ਮਨ ਨੂੰ ਕਾਬੂ ਵਿੱਚ ਲਿਆਉਂਦੇ ਹਨ ਗੁਰੂ ਦੇ ਸ਼ਬਦ ਸਦਕਾ। ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ। ਹੇ ਭਾਈ, ਜੋ ਸਤਿਗੁਰੂ ਦੀ ਬਾਣੀ ਹੈ, ਇਹ ਤੇ ਪੂਰਨ ਸ਼ਰਧਾ ਲੈ ਕੇ ਆਓ, ਇਹਦੇ ਤੇ ਪੂਰਨ ਆਪਣਾ ਵਿਸ਼ਵਾਸ, ਆਪਣਾ ਭਰੋਸਾ ਲੈ ਕੇ ਆਓ। ਇਉਂ ਆਤਮ ਰਾਮੈ ਲੀਨਾ ਹੈ। ਜੇ ਤੁਸੀਂ ਸਤਿਗੁਰੂ ਦੀ ਬਾਣੀ ਉੱਤੇ ਆਪਣਾ ਪੂਰਨ ਵਿਸ਼ਵਾਸ ਲੈ ਕੇ ਆਓਗੇ ਤੇ ਇਸ ਤਰ੍ਹਾਂ ਤੁਸੀਂ ਆਤਮ ਰਾਮ ਵਿੱਚ, ਆਤਮ ਰਾਮ ਸਰਵ ਵਿਆਪਕ ਰਾਮ ਜੋ ਸਾਰੀਆਂ ਆਤਮਾਵਾਂ ਵਿੱਚ ਹੈ, ਉਹਦੇ ਵਿੱਚ ਲੀਨ ਹੋ ਜਾਓਗੇ। ਤੁਹਾਡੀ ਸੁਰਤ ਸਰਵ ਵਿਆਪਕ ਅਕਾਲ ਪੁਰਖ ਪਰਮਾਤਮਾ ਵਿੱਚ ਲੀਨ ਹੋ ਜਾਏਗੀ, ਜੇ ਤੁਸੀਂ ਆਪਣਾ ਪੂਰਨ ਅਕੀਦਾ, ਪੂਰਨ ਵਿਸ਼ਵਾਸ ਗੁਰਬਾਣੀ ਉੱਤੇ ਲੈ ਕੇ ਆਓਗੇ। ਹੁਣ ਅੱਗੇ ਗੁਰੂ ਸਾਹਿਬ ਸਮਝਾਉਂਦੇ ਨੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ। ਅਰਥਾਤ ਜੋ ਭਗਤੀ ਦਾ ਮਾਰਗ ਹੈ, ਇਹਦੇ ਵਿੱਚ ਲੋਕ ਲਾਜ ਤਿਆਗਣੀ ਪੈਂਦੀ ਹੈ। ਇਸ ਵਿੱਚ ਇਸ ਗੱਲ ਤੋਂ ਬੇਪਰਵਾਹ ਹੋਣਾ ਪੈਂਦਾ ਹੈ ਕਿ ਕੋਈ ਮੈਨੂੰ ਚੰਗਾ ਕਹਿੰਦਾ ਹੈ ਜਾਂ ਮੰਦਾ ਕਹਿੰਦਾ ਹੈ, ਕੋਈ ਮੇਰੀ ਨਿੰਦਾ ਕਰਦਾ ਹੈ ਜਾਂ ਉਸਤਤ ਕਰਦਾ ਹੈ। ਆਓ ਦੇਖੀਏ। ਸ਼ਲੋਕ 12 ਤੇ ਵਧੇਕ, ਮਹਿਲਾ ਪਹਿਲਾ। ਸੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਹਨ ਇਸ ਸ਼ਲੋਕ ਵਿੱਚ? ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਹੇ ਭਾਈ, ਜੇ ਤੈਨੂੰ ਪਰਮਾਤਮਾ ਦੇ ਨਾਲ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ, ਸ਼ੌਕ ਹੈ, ਤਾਂ ਸਿਰ ਧੜ ਤਲੀ ਗਲੀ ਮੇਰੀ ਆਓ। ਫਿਰ ਮੇਰੀ ਗਲੀ ਵਿੱਚ ਤੂੰ ਆਪਣਾ ਸਿਰ ਆਪਣੇ ਤਲੀ ਉੱਤੇ ਰੱਖ ਕੇ ਆ। ਅਰਥਾਤ ਫਿਰ ਜੀਵਨ ਦੀ ਆਸ ਛੱਡ ਦੇ, ਫਿਰ ਲੋਕ ਲਾਜ ਛੱਡ ਦੇ। ਇਸ ਗੱਲ ਨੂੰ ਗੁਰਬਾਣੀ ਵਿੱਚ ਹੋਰ ਥਾਂ ਤੇ ਵੀ ਬੜੀ ਵਾਰ ਕਿਹਾ, ਜਿਵੇਂ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਂ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ, ਮਨ ਤਨ ਤੇਰਾ ਧਨ ਵੀ ਤੇਰਾ, ਸਤਿਗੁਰ ਆਗੈ ਸੀਸ ਭੇਟ ਦਿਓ, ਜਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਸੋ ਇਸ ਤਰ੍ਹਾਂ ਦੇ ਸਮਰਪਣ ਦੇ ਬੜੇ ਸਾਰੇ ਉਪਦੇਸ਼ ਹਵਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ। ਸੋ ਗੁਰੂ ਸਾਹਿਬ ਕਹਿੰਦੇ, ਸਿਰ ਧਰ ਤਲੀ ਗਲੀ ਮੇਰੀ ਆਓ, ਆਪਣਾ ਸਿਰ ਤਲੀ ਤੇ ਰੱਖ ਕੇ ਮੇਰੀ ਗਲੀ ਵਿੱਚ ਆ। ਅਰਥਾਤ ਇਹ ਜਿਹੜਾ ਰਸਤਾ ਹੈ, ਇਹ ਤਾਈਓ ਇਖਤਿਆਰ ਕੀਤਾ ਜਾ ਸਕਦਾ ਹੈ ਜੇ ਆਪਣੇ ਮਨ ਦੀ ਮਤ ਤਿਆਗੀ ਜਾਵੇ, ਆਪਣਾ ਅਹੰਕਾਰ ਛੱਡਿਆ ਜਾਵੇ ਅਤੇ ਲੋਕ ਲਾਜ ਦਾ ਜੋ ਫਿਕਰ ਹੈ, ਲੋਕ ਲਾਜ ਦੀ ਚਿੰਤਾ ਹੈ, ਉਹ ਵੀ ਤਿਆਗੀ ਜਾਵੇ। ਕਹਿੰਦੇ, ਇਤ ਮਾਰਗ ਪੈਰ ਧਰੀਜੈ। ਤੇ ਜਦੋਂ ਇਸ ਰਸਤੇ ਤੇ ਪੈਰ ਧਰ ਲਿਆ, ਸਿਰ ਦੀਜੈ ਕਾਣ ਨਾ ਕੀਜੈ, ਫਿਰ ਆਪਣਾ ਸਿਰ ਅਰਪਣ ਕਰ ਦੇਣਾ ਚਾਹੀਦਾ ਹੈ। ਅਰਥਾਤ ਆਪਣਾ ਅਹੰਕਾਰ, ਆਪਣੀ ਚਤੁਰਾਈ, ਆਪਣੀ ਸਿਆਣਪਾਂ ਤੇ ਲੋਕ ਲਾਜ ਦੀ ਨਿੰਦਾ ਉਸਤਤ ਛੱਡ ਦੇਣੀ ਚਾਹੀਦੀ ਹੈ। ਤੇ ਕਾਣ ਨਾ ਕੀਜੈ, ਫਿਰ ਕਿਸੇ ਕਿਸਮ ਦੀ ਝਿਜਕ ਨਹੀਂ ਕਰਨੀ ਚਾਹੀਦੀ, ਡਾਵਾਂਡੋਲ ਨਹੀਂ ਹੋਣਾ ਚਾਹੀਦਾ। ਸੋ ਇਹ ਭਗਤੀ ਦਾ ਮਾਰਗ ਜਿਹੜਾ ਹੈ, ਉਹ ਸਿਰ ਤਲੀ ਤੇ ਰੱਖਣ ਦੇ ਤੁਲ ਹੈ। ਫਿਰ ਅੱਗੇ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਾਹਿਬ ਮੇਰਾ ਇੱਕੋ ਹੈ, ਵੀ ਜਿਹਦੇ ਨਾਲ ਪਿਆਰ ਪਾਣਾ ਹੈ ਉਹ ਦੋ ਜਾਂ ਤਿੰਨ ਨਹੀਂ, ਉਹ ਇੱਕ ਤੇ ਕੇਵਲ ਇੱਕ ਹੈ। ਕਹਿੰਦੇ, ਜੋ ਅੰਤਰ ਸੋ ਬਾਹਰ ਦੇਖੋ। ਹੇ ਭਾਈ, ਜਿਹੜਾ ਪਰਮਾਤਮਾ ਤੇਰੇ ਅੰਦਰ ਬੈਠਾ ਹੈ, ਅਰਥਾਤ ਜਿਹਦੀ ਸਤਿਆ ਕਰਕੇ ਤੂੰ ਦੇਖ ਰਿਹਾ ਹੈ, ਸੁਣ ਰਿਹਾ ਹੈ, ਬੋਲ ਰਿਹਾ ਹੈ, ਤੁਰ ਰਿਹਾ ਹੈ, ਫਿਰ ਰਿਹਾ, ਤੂੰ ਇੱਕ ਮਿੱਟੀ ਦੀ ਮੁੱਠ ਵਿੱਚ ਤੇਰੀ ਜਾਨ ਹੈ, ਤੂੰ ਸਾਰੇ ਕੰਮਕਾਰ ਕਰਦਾ ਹੈ। ਸੋ ਜਿਹੜੀ ਆਤਮਾ ਤੇਰੇ ਅੰਦਰ ਹੈ, ਜੋ ਅੰਤਰ ਸੋ ਬਾਹਰ ਦੇਖੋ, ਉਸੀ ਪਰਮਾਤਮਾ ਦੀ ਜੋਤ ਨੂੰ ਬਾਹਰਲੀ ਜਿੰਨੀ ਵੀ ਕੁਦਰਤ ਹੈ, ਜਿੰਨਾ ਵੀ ਦ੍ਰਿਸ਼ਟਮਾਨ ਜਗਤ ਹੈ, ਉਹਦੇ ਵਿੱਚ ਦੇਖ। ਅਵਰ ਨਾ ਦੂਜਾ ਕੋਈ ਜੀਓ, ਉਸ ਅਕਾਲ ਪੁਰਖ ਤੋਂ ਇਲਾਵਾ ਦੂਸਰੀ ਹੋਰ ਕੋਈ ਸ਼ੈ ਨਹੀਂ ਹੈ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ। ਤੂੰ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਵੱਲ ਮੁਖ ਕਰਕੇ ਉਸ ਇੱਕ ਪਰਮਾਤਮਾ ਨੂੰ ਦੇਖਣ ਵਾਲੀ ਦ੍ਰਿਸ਼ਟੀ ਬਣਾ। ਏਕ ਦ੍ਰਿਸ਼ਟ ਕਰ ਦੇਖੋ, ਉਹ ਇੱਕ ਦ੍ਰਿਸ਼ਟੀ, ਇੱਕ ਦੇਖਣ ਦੀ ਦ੍ਰਿਸ਼ਟੀ ਬਣਾ। ਇਹ ਕਦੋਂ ਹੋਏਗਾ? ਜਦੋਂ ਤੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਏਗਾ।
ਤੇ ਜਦੋਂ ਤੂੰ ਇਸ ਤਰ੍ਹਾਂ ਦੇਖੇਗਾ ਫਿਰ ਤੂੰ ਮਹਿਸੂਸ ਕਰੇਗਾ ਘਟ ਘਟ ਜੋਤ ਸਮੋਈ ਜੀਓ, ਕਿ ਹਰ ਇੱਕ ਪ੍ਰਾਣੀ ਦੇ ਵਿੱਚ, ਹਰ ਇੱਕ ਸਰੀਰ ਦੇ ਵਿੱਚ ਉਸੀ ਅਕਾਲ ਪੁਰਖ ਦੀ ਜੋਤ ਹੈ। ਧਰਮ ਦੀ ਕਿਰਤ ਕਰਨੀ, ਕਿਉਂਕਿ ਪਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ। ਇਸ ਸਰੀਰ ਨੂੰ ਛੱਤ ਵੀ ਚਾਹੀਦੀ ਹੈ, ਇਸ ਸਰੀਰ ਨੂੰ ਭੋਜਨ ਵੀ ਚਾਹੀਦਾ ਹੈ, ਇਸ ਸਰੀਰ ਨੂੰ ਕੱਪੜਾ ਵੀ ਚਾਹੀਦਾ ਹੈ, ਤੇ ਇਸ ਸਰੀਰ ਦੀਆਂ ਹੋਰ ਵੀ ਸਾਡੀਆਂ ਪਰਿਵਾਰਕ ਲੋੜਾਂ ਹਨ। ਸੋ ਉਹਦੇ ਲਈ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਕਿਰਤ ਕਰਨੀ ਚਾਹੀਦੀ ਹੈ, ਮੰਗ ਕੇ ਨਹੀਂ ਖਾਣਾ ਚਾਹੀਦਾ। ਸੋ ਉਹ ਧਰਮ ਦੀ ਕਿਰਤ ਕਰਨੀ, ਇਹਦੇ ਬਾਰੇ ਗੁਰੂ ਸਾਹਿਬ ਕੀ ਸਮਝਾਉਂਦੇ ਹਨ? ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜੋ ਧਰਮ ਦਾ ਚੋਲਾ ਪਾ ਲੈਂਦੇ ਨੇ, ਕੰਮਕਾਰ ਕੋਈ ਨਹੀਂ ਕਰਦੇ, ਤੇ ਫਿਰ ਲੋਕਾਂ ਕੋਲੋਂ ਦਾਨ ਲੈ ਕੇ ਉਹਦੇ ਤੇ ਆਪਣੀ ਜ਼ਿੰਦਗੀ ਬਸ਼ਰ ਕਰਦੇ ਹਨ। ਪਰ ਗੁਰੂ ਸਾਹਿਬ ਨੇ ਇਹੋ ਜਿਹੇ ਮਨੁੱਖਾਂ ਲਈ ਬੜੇ ਸਖਤ ਸ਼ਬਦ ਵਰਤੇ ਹਨ। ਕਹਿੰਦੇ ਗੁਰ ਪੀਰ ਸਦਾਏ, ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਵੀ ਅਖਵਾਏ, ਕੋਈ ਪੀਰ ਪੈਗੰਬਰ ਅਖਵਾਏ, ਕੋਈ ਸਾਧੂ ਬ੍ਰਹਮ ਗਿਆਨੀ ਸੰਤ ਅਖਵਾਏ, ਤੇ ਮੰਗਣ ਜਾਏ ਤੇ ਲੋਕਾਂ ਕੋਲੋਂ ਮੰਗ ਕੇ ਖਾਏ, ਲੋਕਾਂ ਦੇ ਦਾਨ ਦੇ ਉੱਤੇ ਜ਼ਿੰਦਗੀ ਜੀਵੇ। ਕਹਿੰਦੇ ਤਾਂ ਕਿ ਮੂਲ ਨਾ ਲੱਗੀਐ ਪਾਏ। ਮੂਲ ਨਾ ਮਨੇ ਹੁੰਦਾ ਭੁੱਲ ਕੇ ਵੀ, ਬਿਲਕੁਲ ਵੀ ਨਹੀਂ, ਉੱਕਾ ਹੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਤਾਂ ਕਿ ਮੂਲ ਨਾ ਲੱਗੀਐ ਪਾਏ, ਪਾਏ ਮਨੇ ਚਰਨਾਂ ਵਿੱਚ। ਉਸ ਮਨੁੱਖ ਨੂੰ ਕਦੀ ਵੀ ਸਤਿਕਾਰ ਨਾ ਦੇਵੋ, ਉਸ ਮਨੁੱਖ ਨੂੰ ਕਦੀ ਵੀ ਰੈਕੋਗਨਾਈਜ਼ ਨਾ ਕਰੋ, ਉਸ ਮਨੁੱਖ ਦੇ ਚਰਨਾਂ ਤੇ ਨਾ ਟਵੋ, ਉਹਦੇ ਪੈਰਾਂ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ। ਪਰ ਕਹਿੰਦੇ ਘਾਲ ਖਾਏ, ਘਾਲ ਖਾਏ ਮਨੇ ਮਿਹਨਤ ਕਰਕੇ ਖਾਏ। ਜਿਹੜਾ ਮਨੁੱਖ ਮੁਸ਼ੱਕਤ ਕਰਕੇ ਮਿਹਨਤ ਕਰਕੇ ਖਾਂਦਾ ਹੈ ਤੇ ਕੁਝ ਹੱਥੋਂ ਦੇ ਤੇ ਉਸ ਕਮਾਈ ਵਿੱਚੋਂ ਵੀ ਲੋੜਵੰਦਾਂ ਦੇ ਨਾਲ ਵੰਡ ਕੇ ਛਕਦਾ ਹੈ, ਨਾਨਕ ਰਾਹ ਪਛਾਣੇ ਸੇ, ਹੇ ਨਾਨਕ ਉਸ ਮਨੁੱਖ ਨੇ ਜ਼ਿੰਦਗੀ ਦਾ ਸਹੀ ਰਸਤਾ ਸਮਝਿਆ ਹੈ, ਸਹੀ ਰਸਤਾ ਸਮਝੋ ਉਹਨੇ ਪਛਾਣ ਲਿਆ ਹੈ। ਸੋ ਇੱਥੋਂ ਦੀ ਇਹ ਬੜੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਾਨੂੰ ਸਾਰਿਆਂ ਨੂੰ ਕਿਰਤ ਕਰਨੀ ਚਾਹੀਦੀ ਹੈ, ਅਤੇ ਕਿਰਤ ਕਰਨ ਲੱਗੇ ਸਾਡੇ ਮਨ ਵਿੱਚ ਇੱਦਾਂ ਦੀ ਵਿਚਾਰ ਕਦੀ ਵੀ ਨਹੀਂ ਆਉਣੀ ਚਾਹੀਦੀ ਕਿ ਇਹ ਕੰਮ ਛੋਟਾ ਹੈ ਜਾਂ ਇਹ ਕੰਮ ਵੱਡਾ ਹੈ। ਸੋ ਇੱਧਰੋਂ ਦੀ ਸਾਨੂੰ ਇੱਕ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਆਪਣੇ ਸਰੀਰ ਦੇ ਨਾਲ ਜੁੜੇ ਹੋਏ, ਸਾਡੇ ਘਰਾਂ ਦੇ ਜੁੜੇ ਹੋਏ ਕੰਮ ਜਿਹੜੇ ਨੇ ਉਹ ਸਾਨੂੰ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਤੇ ਉਹ ਕੰਮਾਂ ਲਈ ਸਾਨੂੰ ਆਪਣੇ ਨਵੀਂ ਪੀੜ੍ਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਸਿਖਲਾਈ ਦੇਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੇ ਮਨ ਵਿੱਚ ਵੀ ਇਸ ਤਰ੍ਹਾਂ ਦੀ ਭਾਵਨਾ ਨਾ ਆਵੇ ਕਿ ਝਾੜੂ ਪੋਚਾ ਲਾਉਣਾ ਛੋਟਾ ਕੰਮ ਹੈ, ਭਾਂਡੇ ਮਾਂਜਣੇ ਘਟੀਆ ਕੰਮ ਹੈ, ਜਾਂ ਬਾਥਰੂਮ ਟਾਇਲਟ ਸਾਫ਼ ਕਰਨਾ ਇਹ ਕੋਈ ਛੋਟਾ ਕੰਮ ਹੈ। ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਇਸ ਉਪਦੇਸ਼ ਤੋਂ ਪ੍ਰੇਰਨਾ ਲੈ ਕੇ ਆਪਣੀ ਗੱਡੀ ਆਪ ਸਾਫ਼ ਕਰਨੀ ਚਾਹੀਦੀ ਹੈ, ਝਾੜੂ ਪੋਚਾ ਲਾਉਣਾ ਚਾਹੀਦਾ ਹੈ, ਭਾਂਡੇ ਸਾਫ਼ ਕਰਨੇ ਚਾਹੀਦੇ ਨੇ, ਆਪਣਾ ਟਾਇਲਟ ਬਾਥਰੂਮ ਸਾਨੂੰ ਸਾਫ਼ ਕਰਨਾ ਚਾਹੀਦਾ ਹੈ, ਆਪਣੇ ਕੱਪੜੇ ਧੋਣੇ ਸਾਂਭਣੇ। ਸੋ ਇਹ ਸਾਰੇ ਕੰਮ ਜਿਹੜੇ ਨੇ ਸਾਨੂੰ ਸਾਰਿਆਂ ਨੂੰ ਆਉਣੇ ਚਾਹੀਦੇ ਹਨ। ਹੁਣ ਕਿਰਤ ਕਈ ਕਿਸਮ ਦੀ ਹੁੰਦੀ ਹੈ। ਹੁਣ ਕਿਰਤ ਕਰਦੇ ਕਈ ਲੋਕ ਹੇਰਾਫੇਰੀ ਵੀ ਕਰਦੇ ਨੇ, ਝੂਠ ਵੀ ਬੋਲਦੇ ਨੇ, ਦੁਕਾਨਦਾਰੀ ਕਰਦੇ, ਛਲ ਕਪਟ ਠੱਗੀ ਵੀ ਕਰਦੇ ਨੇ, ਦਫ਼ਤਰਾਂ ਵਿੱਚ ਕਈ ਲੋਕੀ ਰਿਸ਼ਵਤਾਂ ਵੀ ਲੈਂਦੇ ਨੇ। ਸੋ ਇਸ ਬਾਰੇ ਗੁਰੂ ਸਾਹਿਬ ਨੇ ਸੁਚੇਤ ਕੀਤਾ ਹੈ ਕਿ ਜਿਹੜੀ ਕਿਰਤ ਹੈਗੀ ਹੈ ਉਹ ਇਮਾਨਦਾਰੀ ਦੀ, ਉਹ ਧਰਮ ਦੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਛਲ ਕਪਟ ਝੂਠ ਫਰੇਬ ਨਹੀਂ ਹੋਣਾ ਚਾਹੀਦਾ। ਸੋ ਗੁਰੂ ਸਾਹਿਬ ਕੀ ਸਮਝਾਉਂਦੇ ਹਨ? ਮਹਿਲਾ ਪਹਿਲਾ ਵਿੱਚ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਅਰਥਾਤ ਹੱਕ ਪਰਾਇਆ ਜੋ ਮੈਂ ਡਿਜ਼ਰਵ ਨਹੀਂ ਕਰਦਾ, ਜੇ ਤੇ ਮੇਰਾ ਹੱਕ ਨਹੀਂ ਬਣਦਾ, ਜਿਹਦੇ ਲਈ ਮੈਂ ਮਿਹਨਤ ਨਹੀਂ ਕੀਤੀ, ਜੋ ਮੇਰੀ ਤਨਖਾਹ ਨਹੀਂ ਬਣਦੀ ਸੀ ਜਾਂ ਜੋ ਮੇਰੀ ਕਮਾਈ ਨਹੀਂ ਬਣਦੀ ਸੀ, ਉਹ ਮੈਂ ਝੂਠ ਬੋਲ ਕੇ, ਹੇਰਾਫੇਰੀ ਕਰਕੇ, ਠੱਗੀ ਕਰਕੇ ਜਾਂ ਕਿਸੇ ਢੰਗ ਦੇ ਨਾਲ ਹੋਰ ਚਲਾਕੀ ਕਰਕੇ ਮੈਂ ਉਹ ਲੈ ਲਈ ਤੇ ਉਹ ਮੈਂ ਉਹਨੂੰ ਵਰਤ ਲਿਆ। ਤੇ ਗੁਰੂ ਸਾਹਿਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਤੇ ਜੇ ਮੈਂ ਉਹਨੂੰ ਖਪਤ ਕੀਤਾ, ਉਹਨੂੰ ਮੈਂ ਖਾਧਾ, ਤੇ ਸਮਝੋ ਇਸ ਤਰ੍ਹਾਂ ਕਿ ਜਿਸੇ ਮੁਸਲਮਾਨ ਨੇ ਸੂਰ ਖਾ ਲਿਆ ਜਾਂ ਹਿੰਦੂ ਨੇ ਗਾਂ ਖਾ ਲਈ। ਅਰਥਾਤ ਬੇਈਮਾਨੀ ਦੀ ਕਮਾਈ ਖਾਣੀ। ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਹਨ ਇੰਨਾ ਵੱਡਾ ਪਾਪ ਹੈ ਜਿੰਨਾ ਵੱਡਾ ਪਾਪ ਕਿਸੇ ਮੁਸਲਮਾਨ ਲਈ ਸੂਰ ਖਾਣਾ ਜਾਂ ਕਿਸੇ ਹਿੰਦੂ ਲਈ ਗਾਂ ਖਾਣੀ। ਸੋ ਸਾਡੇ ਸਮਾਜ ਨੂੰ ਅੱਜ ਦੇ ਦੌਰ ਵਿੱਚ ਮੈਂ ਸਮਝਦਾ ਇਸ ਉਪਦੇਸ਼ ਦੀ ਬਹੁਤ ਜ਼ਿਆਦਾ ਲੋੜ ਹੈ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਹੁੰਦਾ ਹੈ ਹਰਾਮ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਅਤੇ ਪੀਰ ਵੀ ਸਿਫਾਰਿਸ਼ ਤਾਂ ਹੀ ਕਰਦਾ ਹੈ, ਤਾਂ ਹੀ ਹਾਮੀ ਭਰਦਾ ਹੈ, ਤਾਂ ਹੀ ਤੁਹਾਡੇ ਹੱਕ ਵਿੱਚ ਖੜਾ ਹੋਏਗਾ ਜੇ ਤੁਸੀਂ ਮੁਰਦਾਰ ਨਹੀਂ ਖਾਓਗੇ, ਹਰਾਮ ਦੀ ਕਮਾਈ ਨਹੀਂ ਖਾਓਗੇ। ਕਹਿੰਦੇ ਗੱਲੀ ਪਿਸ਼ਤ ਨਾ ਜਾਈਏ। ਪਿਸ਼ਤ ਮਤਲਬ ਸਵਰਗ, ਜਿਹਦਾ ਮੁਸਲਮਾਨੀ ਸ਼ਬਦ ਹੈ ਬਿਸ਼ਤ।
ਤੇ ਮਰਨ ਤੋਂ ਬਾਅਦ ਕੋਈ ਸਵਰਗ ਜਾਣਾ ਲੋਚਦਾ ਹੈ, ਕੋਈ ਬੈਕੁੰਠ ਜਾਣਾ ਲੋਚਦਾ ਹੈ, ਕੋਈ ਬਹਿਸ਼ਤ ਜਾਣਾ ਲੋਚਦਾ ਹੈ। ਹਾਲਾਂਕਿ ਗੁਰਮਤਿ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ, ਪਰ ਇੱਕ ਸਮਝਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਗੱਲੀ ਭਿਸ਼ਤ ਨਾ ਜਾਈ ਹੈ, ਵੀ ਭਾਈ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਹੀ, ਸਿਰਫ ਚੁਸਤੀ ਚਲਾਕੀ ਦੀ ਗੱਲਾਂ ਕਰਨ ਨਾਲ ਹੀ ਤੁਸੀਂ ਬੈਕੁੰਠ ਸਵਰਗ ਜਾਂ ਬਹਿਸ਼ਤ ਨਹੀਂ ਜਾ ਸਕਦੇ। ਛੁੱਟੈ ਸੱਚ ਕਮਾਏ, ਛੁੱਟੈ ਮੈਨੂੰ ਛੁਟਕਾਰਾ ਤਾਂ ਹੋਏਗਾ, ਇਹ ਦੁੱਖਾਂ ਕਲੇਸ਼ਾਂ ਤੋਂ, ਮੁਸੀਬਤਾਂ ਤੋਂ, ਵਿਕਾਰਾਂ ਤੋਂ, ਕਲੇਸ਼ਾਂ ਤਾਂ ਛੁਟਕਾਰਾ ਹੋਏਗਾ ਜੇ ਸੱਚ ਦੀ ਕਮਾਈ ਕਰੋਗੇ। ਨਿਰਾ ਸੱਚ ਨੂੰ ਪੜ੍ਹ ਲੈਣਾ, ਨਿਰਾ ਸੱਚ ਨੂੰ ਬੋਲ ਲੈਣਾ, ਨਿਰਾ ਸੱਚ ਦੀ ਵਿਆਖਿਆ ਕਰ ਦੇਣੀ ਕਾਫੀ ਨਹੀਂ, ਉਸ ਸੱਚ ਦੀ ਕਮਾਈ ਵੀ ਕਰਨੀ ਪਏਗੀ, ਉਸ ਸੱਚ ਨੂੰ ਜੀਵਨ ਵਿੱਚ ਅਪਣਾਉਣਾ ਵੀ ਪਏਗਾ। ਫਿਰ ਕਹਿੰਦੇ ਮਾਰਨ ਪਾਹੇ ਹਰਾਮ ਮੈਂ, ਮਾਰਨ ਦਾ ਅਰਥ ਹੁੰਦਾ ਮਸਾਲੇ। ਆਮ ਤੌਰ ਤੇ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ ਤੇ ਉਸ ਗਲਤ ਕੰਮ ਨੂੰ ਠੀਕ ਠਹਿਰਾਉਣ ਲਈ ਅਸੀਂ ਆਪਣੀਆਂ ਦਲੀਲਾਂ ਦਿੰਦੇ ਹਾਂ। ਜਿਵੇਂ ਇੱਕ ਮੋਟਾ ਜਿਹਾ ਉਦਾਹਰਨ ਲੈ ਲਈਏ, ਅਸੀਂ ਕਹਿੰਦੇ ਹਾਂ ਦੇਖੋ ਜੀ ਮੰਤਰੀਆਂ ਨੇ ਇੰਨੇ ਕਰੋੜ, ਇੰਨੇ ਹਜ਼ਾਰ ਕਰੋੜ ਖਾ ਲਏ, ਮੈਂ ਤੇ ਸਿਰਫ 4000 ਦੀ ਜਾਂ 5000 ਦੀ ਵੱਡੀ ਲਈ ਹੈ, ਸੋ ਮੇਰਾ ਪਾਪ ਤੇ ਬਹੁਤ ਛੋਟਾ ਹੈ। ਸੋ ਇਹ ਇੱਕ ਕਿਸਮ ਦਾ ਹੈਗਾ ਕਿ ਆਪਣੇ ਗਲਤ ਕੰਮ ਨੂੰ ਠੀਕ ਕਰਨ ਦਾ ਇੱਕ ਚੁਸਤੀ ਵਾਲਾ, ਚਲਾਕੀ ਵਾਲਾ ਦਲੀਲ ਹੈਗੀ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਮਸਾਲੇ ਪਾ ਕੇ, ਆਪਣੀਆਂ ਗੱਲਾਂ ਨੂੰ ਸਹੀ ਠਹਿਰਾਉਣ ਦੇ ਮਸਾਲੇ ਪਾ ਕੇ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ, ਇਹਦੇ ਨਾਲ ਹਰਾਮ ਦੀ ਕਮਾਈ ਹਲਾਲ ਦੀ ਨਹੀਂ ਹੋ ਜਾਂਦੀ। ਸੋ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਰਤੀਆਂ ਨੇ ਉਸ ਤੋਂ ਬਚਣਾ ਚਾਹੀਦਾ ਹੈ ਵੀ ਉਹ ਬਾਕੀ ਕਰਦਾ ਹੈ ਤੇ ਜੇ ਮੈਂ ਵੀ ਕਰ ਲਾਂਗਾ ਤੇ ਕੀ ਫਰਕ ਪਏਗਾ, ਜਾਂ ਸਾਰੀ ਦੁਨੀਆ ਇਸ ਤਰ੍ਹਾਂ ਕਰਦੀ ਹੈ ਤੇ ਮੈਂ ਵੀ ਇਸ ਤਰ੍ਹਾਂ ਕਰ ਲਵਾਂਗਾ। ਸੋ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਸੋ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਜੋ ਹਰਾਮ ਦਾ ਖਾਣਾ ਹੈ ਉਹ ਹਲਾਲ ਦਾ ਨਹੀਂ ਬਣ ਜਾਂਦਾ, ਕਿਉਂਕਿ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ, ਹੇ ਨਾਨਕ ਕੂੜ ਦੀਆਂ ਗੱਲਾਂ ਦੇ ਨਾਲ ਕੂੜ ਹੀ ਪੱਲੇ ਪੈਂਦਾ ਹੈ। ਸੋ ਅੱਗੇ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਦੁੱਖਾਂ ਤੋਂ ਘਬਰਾਉਣਾ ਨਹੀਂ। ਕਿਵੇਂ ਸਮਝਾਉਂਦੇ ਹਨ ਗੁਰੂ ਸਾਹਿਬ? ਮਹਿਲਾ ਪਹਿਲਾ ਕਹਿੰਦੇ ਨਾਨਕ ਬੋਲਣ ਚੱਖਣਾ, ਝੱਖਣਾ ਹੁੰਦਾ ਝੱਖ ਮਾਰਨੀ, ਮਤਲਬ ਦਿਮਾਗ ਖਰਾਬ ਕਰਨਾ ਆਪਣਾ, ਮਤਲਬ ਕਿ ਕੋਈ ਪ੍ਰਾਪਤੀ ਨਹੀਂ ਹੋਣੀ ਪਰ ਆਪਣਾ ਸਮਾਂ ਖਰਾਬ ਕਰਨਾ ਬੋਲ ਕੇ ਜਾਂ ਕੁਝ ਕਰਕੇ। ਸੋ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਕਹਿੰਦੇ ਪਰਮਾਤਮਾ ਨੂੰ ਹਰ ਵੇਲੇ ਇਹੀ ਕਹੀ ਜਾਣਾ ਕਿ ਹੇ ਵਾਹਿਗੁਰੂ, ਹੇ ਪਰਮਾਤਮਾ ਜੀ, ਮੈਨੂੰ ਸੁੱਖ ਹੀ ਸੁੱਖ ਦੇਈ ਜਾ ਤੇ ਦੁੱਖ ਕਦੀ ਨਾ ਦੇ। ਕਹਿੰਦੇ ਇਹ ਝੱਖ ਮਾਰਨ ਵਾਲੀ ਗੱਲ ਹੈ। ਕਿਉਂ? ਕਹਿੰਦੇ ਸੁੱਖ ਦੁੱਖ ਦੋਏ, ਸੁੱਖ ਅਤੇ ਦੁੱਖ ਹੈ ਦੋਨੋਂ ਦਰ, ਦਰ ਮੈਨੇ ਰਾਰੇ ਨੂੰ ਸਿਹਾਰੀ ਦਰ ਤੋਂ, ਪਰਮਾਤਮਾ ਦੇ ਦਰ ਤੋਂ, ਅਰਥਾਤ ਪਰਮਾਤਮਾ ਦੇ ਹੁਕਮ ਅਨੁਸਾਰ ਇਹ ਕੱਪੜੇ ਨੇ, ਦੋ ਕੱਪੜੇ ਨੇ। ਪਹਿਰੇ ਜਾਏ ਮਨੁੱਖ, ਤੇ ਮਨੁੱਖ ਇਹਨਾਂ ਨੂੰ ਪਾਉਂਦੇ ਨੇ। ਅਰਥਾਤ ਜਿਵੇਂ ਅਸੀਂ ਕੱਪੜੇ ਬਦਲਦੇ ਹਾਂ, ਇਸ ਤਰ੍ਹਾਂ ਜ਼ਿੰਦਗੀ ਵਿੱਚ ਕਦੀ ਸੁੱਖ ਵੀ ਆਉਂਦਾ ਹੈ ਤੇ ਕਦੀ ਦੁੱਖ ਵੀ ਆਉਂਦਾ ਹੈ। ਜਿੱਥੇ ਜਨਮ ਹੈ ਉੱਥੇ ਮਰਨ ਹੈ, ਜਿੱਥੇ ਭੋਗ ਹੈ ਉੱਥੇ ਰੋਗ ਹੈ, ਜਵਾਨੀ ਹੈ ਤੇ ਬੁਢਾਪਾ ਹੈ। ਜੇ ਸਰੀਰ ਹੈ ਤੇ ਇਹਨੂੰ ਕਦੀ ਨਾ ਕੋਈ ਸੱਟ ਵੀ ਲੱਗਣੀ ਹੈ, ਇਹਨੂੰ ਕਦੀ ਕੋਈ ਬੁਖਾਰ ਵੀ ਹੋਣਾ ਹੈ, ਕਦੀ ਸਿਰ ਪੀੜ ਵੀ ਹੋਣਾ ਹੈ, ਕੋਈ ਰੋਗ ਵੀ ਲੱਗਣਾ ਹੈ। ਸੋ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਸੋ ਇਹਨਾਂ ਦੁੱਖਾਂ ਦਾ ਗਿਲਾ ਕਰਨਾ, ਉਲਾਮੇ ਦੇਣੇ ਜਾਂ ਇਤਰਾਜ਼ ਕਰਨਾ, ਇਹਦੇ ਨਾਲ ਸਾਨੂੰ ਹਾਰ ਨਸੀਬ ਹੁੰਦੀ ਹੈ, ਅਰਥਾਤ ਇਹਦਾ ਕੋਈ ਹੱਲ ਨਹੀਂ ਨਿਕਲਦਾ, ਇਹਦੇ ਨਾਲ ਦੁੱਖ ਦੂਰ ਨਹੀਂ ਹੋ ਜਾਂਦੇ। ਤਿੱਥੇ ਚੰਗੀ ਚੁੱਪ, ਉੱਥੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਚੁੱਪ ਰਹਿਣਾ ਹੀ ਫਬਦਾ ਹੈ, ਅਰਥਾਤ ਪਰਮਾਤਮਾ ਦਾ ਭਾਣਾ ਮਿੱਠਾ ਮੰਨਣ ਦੀ ਆਦਤ ਪਾਣੀ ਚਾਹੀਦੀ ਹੈ। ਤੇ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਅਸੀਂ ਮੌਸਮ ਵਿੱਚ ਦੇਖਦੇ ਹਾਂ, ਪਤਝੜ ਵੀ ਆਉਂਦੀ ਹੈ, ਬਸੰਤ ਵੀ ਆਉਂਦੀ ਹੈ, ਬਰਸਾਤ ਵੀ ਆਉਂਦੀ ਹੈ, ਕਦੀ ਠੰਡ ਆਉਂਦੀ ਹੈ, ਕਦੀ ਗਰਮੀ ਆਉਂਦੀ ਹੈ। ਸੋ ਸਮਾਂ ਬਦਲਦਾ ਹੈ। ਇਸੀ ਤਰ੍ਹਾਂ ਅਸੀਂ ਵੀ ਉਸ ਕੁਦਰਤ ਦਾ ਹਿੱਸਾ ਹੈਗੇ ਹਾਂ। ਸੋ ਇਹਦਾ ਤਰੀਕਾ ਇਹੀ ਹੈਗਾ ਕਿ ਅਸੀਂ ਪਰਮਾਤਮਾ ਦੀ ਬੰਦਗੀ ਕਰਕੇ ਆਪਣੇ ਆਪ ਨੂੰ ਸੁੱਖਾਂ ਅਤੇ ਦੁੱਖਾਂ ਤੋਂ ਨਿਰਲੇਪ ਕਰ ਲਈਏ, ਫਿਰ ਸਾਨੂੰ ਦੁੱਖ ਤੰਗ ਨਹੀਂ ਕਰਨਗੇ। ਸੁੱਖਾਂ ਅਤੇ ਦੁੱਖਾਂ ਤੋਂ ਨਿਰਲੇਪ ਹੋਣ ਦਾ ਮਤਲਬ ਕੀ ਹੈ? ਅਰਥਾਤ ਸੁੱਖ ਵਿੱਚ ਵੀ ਅਸੀਂ ਆਪਣਾ ਜਿਹੜਾ ਸੰਤੁਲਨ ਹੈ ਉਹ ਬਣਾ ਕੇ ਰੱਖੀਏ, ਅਸੀਂ ਕੋਈ ਬਹੁਤੀਆਂ ਪਾਰਟੀਆਂ, ਦਿਖਾਵੇ ਜਾਂ ਬਹੁਤ ਜ਼ਿਆਦਾ ਖੁਸ਼ ਹੋਣ ਤੋਂ ਬਚੀਏ, ਸਿਰਫ ਤੇ ਸਿਰਫ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਤੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਜਦੋਂ ਸਮਾਂ ਪਲਟੇਗਾ, ਜਦੋਂ ਕਦੀ ਔਖੀ ਘੜੀ ਆਏਗੀ, ਦੁੱਖ ਵੀ ਆਏਗਾ, ਤੇ ਸਾਨੂੰ ਉਹ ਪਰੇਸ਼ਾਨ ਨਹੀਂ ਕਰੇਗਾ। ਤੇ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਲਈਏ, ਜਿਵੇਂ ਮੌਸਮ ਬਦਲਦੇ ਨੇ ਇਸੀ ਤਰ੍ਹਾਂ ਸਮਾਂ ਵੀ ਬਦਲਦਾ ਹੈ ਤੇ ਜ਼ਿੰਦਗੀ ਵਿੱਚ ਸੁੱਖ ਵੀ ਆਉਂਦੇ ਨੇ ਤੇ ਦੁੱਖ ਵੀ ਆਉਂਦੇ ਨੇ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਮਨੁੱਖ ਜਿਹੋ ਜਿਹੇ ਕਰਮ ਕਮਾਉਂਦਾ ਹੈ ਉਸੀ ਤਰ੍ਹਾਂ ਉਸਦੀ ਜਾਤ ਹੈ, ਉਸੀ ਤਰ੍ਹਾਂ ਉਸਦੀ ਇੱਜ਼ਤ ਹੈ।
ਇਸ ਉਪਦੇਸ਼ ਦੀ ਵੀ ਸਾਡੇ ਸਮਾਜ ਨੂੰ ਅੱਜ ਦੀ ਡੇਟ ਵਿੱਚ, ਅੱਜ ਦੀ ਤਰੀਕ ਵਿੱਚ ਬਹੁਤ ਜ਼ਿਆਦਾ ਲੋੜ ਹੈ। ਸੋ ਗੁਰੂ ਸਾਹਿਬ ਕੀ ਕਹਿੰਦੇ ਨੇ? ਸ਼ਲੋਕ ਮਹਿਲਾ ਪਹਿਲਾ, ਫੱਕੜ ਜਾਤੀ ਫੱਕੜ ਨਾਉ। ਫੱਕੜ ਦਾ ਕੀ ਮਤਲਬ ਹੁੰਦਾ ਹੈ? ਬੇਕਾਰ, ਵਿਅਰਥ, ਜਿਹੜਾ ਬਿਲਕੁਲ ਯੂਜ਼ਲੈਸ। ਗੁਰੂ ਸਾਹਿਬ ਕਹਿੰਦੇ ਜਾਤੀ ਦਾ ਅਹੰਕਾਰ ਵਿਅਰਥ ਹੈ, ਬੇਕਾਰ ਹੈ, ਇਹਦਾ ਕੋਈ ਮੁੱਲ ਨਹੀਂ। ਫੱਕੜ ਨਾਉ, ਆਪਣਾ ਕੋਈ ਨਾਂ ਵੱਡਾ ਰੱਖ ਲੈਣਾ ਜਾਂ ਸੋਭਾ ਖੱਟ ਲੈਣੀ ਜਾਂ ਕਿਸੇ ਕਰਕੇ ਬਹੁਤ ਮਸ਼ਹੂਰ ਹੋ ਜਾਣਾ, ਕਹਿੰਦੇ ਇਹ ਵੀ ਫੱਕੜ ਹੈ, ਬੇਕਾਰ ਹੈ, ਇਸ ਦਾ ਕੋਈ ਮੁੱਲ ਨਹੀਂ। ਸਭਨਾ ਜੀਆਂ ਇੱਕਾ ਛਾਉ, ਸਾਰੇ ਜੀਵਾਂ ਤੇ ਇੱਕੋ ਹੀ ਛਤਰ ਛਾਇਆ ਉਸ ਅਕਾਲ ਪੁਰਖ ਪਰਮਾਤਮਾ ਦੀ ਹੈ। ਅਰਥਾਤ ਸਾਰੇ ਜੀਵਾਂ ਵਿੱਚ ਇੱਕੋ ਹੀ ਸਤਿਆ ਕੰਮ ਕਰ ਰਹੀ ਹੈ, ਇੱਕੋ ਹੀ ਪਰਮਾਤਮਾ ਦੀ ਜੋਤ ਹੈ। ਕਹਿੰਦੇ ਆਪੋ ਜੇ ਕੋ ਭਲਾ ਕਹਾਏ, ਆਪੋ ਮਨੇ ਆਪਣੇ ਆਪ ਹੀ ਆਪਣੀ ਸਿਫਤਾਂ ਕਰ ਲਵੇ ਕਿ ਮੈਂ ਬੜੇ ਉੱਚੇ ਖਾਨਦਾਨ ਦਾ ਹੈਗਾ, ਮੈਂ ਬੜੀ ਉੱਚੀ ਜਾਤ ਦਾ ਹੈਗਾ, ਜਾਂ ਮੇਰਾ ਬੜਾ ਵੱਡਾ ਨਾਂ ਹੈਗਾ, ਜਾਂ ਮੇਰੇ ਕੋਲ ਇਹ ਵਾਲਾ ਅਹੁਦਾ ਹੈਗਾ। ਆਪੋ ਜੇ ਕੋ ਭਲਾ ਕਹਾਏ, ਆਪਣੇ ਆਪ ਨੂੰ ਜੇ ਕੋਈ ਭਲਾ ਕਹਾਵੇ, ਚੰਗਾ ਕਹਾਵੇ, ਤੇ ਉਹਦੇ ਨਾਲ ਉਹ ਚੰਗਾ ਜਾਂ ਭਲਾ ਨਹੀਂ ਬਣ ਜਾਂਦਾ। ਕਹਿੰਦੇ ਨਾਨਕ ਤਾਂ ਪਰ ਜਾਪੈ, ਕਹਿੰਦੇ ਉਹ ਕਿੰਨਾ ਚੰਗਾ ਹੈ, ਕਿੰਨਾ ਭਲਾ ਹੈ, ਕਿੰਨਾ ਵੱਡਾ ਹੈ, ਉਹ ਤਾਂ ਪਰ ਜਾਪੇ, ਤਾਂ ਪੂਰੀ ਤਰ੍ਹਾਂ ਪਤਾ ਲੱਗਦਾ ਹੈ, ਤਾਂ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ, ਪ੍ਰਗਟ ਹੁੰਦਾ ਹੈ। ਜਾਂ ਪਤ ਲਿਖੈ ਪਾਏ, ਲਿਖੈ ਮੈਨੇ ਲੇਖੇ ਵਿੱਚ, ਪਰਮਾਤਮਾ ਦੇ ਲੇਖੇ ਵਿੱਚ। ਜੇ ਉਹ ਮਨੁੱਖ ਪਰਮਾਤਮਾ ਦੀ ਨਿਗਾਹ ਵਿੱਚ ਇੱਜ਼ਤ ਪ੍ਰਾਪਤ ਕਰਦਾ ਹੈ ਤਾਂ ਉਸਨੂੰ ਚੰਗਾ ਕਿਹਾ ਜਾ ਸਕਦਾ ਹੈ। ਭਗਤ ਨਾਮਦੇਵ ਜੀ ਛਿੰਬੇ, ਪਰਮਾਤਮਾ ਦੀ ਨਜ਼ਰਾਂ 'ਚ ਪ੍ਰਵਾਨ ਹੋਏ। ਭਗਤ ਰਵਿਦਾਸ ਜੀ ਚਮਾਰ, ਨੀਵੀਂ ਜਾਤ ਦੇ, ਉਹ ਵੀ ਪ੍ਰਵਾਨ ਹੋਏ। ਭਗਤ ਕਬੀਰ ਜੀ ਜੁਲਾਹੇ। ਸੋ ਇੱਧਰੋਂ ਦੀ ਸਪਸ਼ਟ ਹੋ ਜਾਂਦਾ ਹੈ ਕਿ ਜਾਤ ਪਾਤ ਦਾ ਅਹੰਕਾਰ ਵਿਅਰਥ ਹੈ ਤੇ ਸਾਨੂੰ ਜਾਤ ਪਾਤ ਤਿਆਗ ਦੇਣੀ ਚਾਹੀਦੀ ਹੈ। ਕਰਮ ਕਾਂਡ ਤਿਆਗੋ, ਧਰਮ ਦੇ ਨਾਂ ਤੇ ਅਸੀਂ ਬੜੇ ਸਾਰੇ ਕੰਮ ਐਸੇ ਕਰਦੇ ਹਾਂ ਜਿਹਦੇ ਨਾਲ ਸਾਡਾ ਸਮਾਂ ਵੀ ਵਿਅਰਥ ਜਾਂਦਾ ਹੈ, ਸਾਡੀ ਤਾਕਤ ਸ਼ਕਤੀ ਵੀ ਵਿਅਰਥ ਜਾਂਦੀ ਹੈ ਤੇ ਸਾਡਾ ਪੈਸਾ ਵੀ ਬੜਾ ਖਰਾਬ ਹੁੰਦਾ ਹੈ। ਤੇ ਉਹ ਹੈਗੇ ਨੇ ਕਰਮ ਕਾਂਡ, ਜੋ ਧਰਮ ਦੇ ਨਾਮ ਤੇ ਕੀਤੇ ਜਾਂਦੇ ਨੇ ਪਰ ਉਹਨਾਂ ਵਿੱਚ ਪ੍ਰਾਪਤੀ ਕੋਈ ਨਹੀਂ ਹੈਗੀ। ਜਪਜੀ ਸਾਹਿਬ ਜੀ, ਗੁਰੂ ਸਾਹਿਬ ਇੱਕ ਲਾਈਨ 'ਚ ਕਹਿ ਦਿੰਦੇ ਨੇ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ। ਸੋ ਦੇਖੀਏ, ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜਾ ਕਰਮ ਕਾਂਡ ਨੇ ਉਹ ਇਸ ਤਰ੍ਹਾਂ ਜਿਵੇਂ ਪਾਣੀ ਰਿੜਕਣਾ। ਕਹਿੰਦੇ ਜਲ ਬਿਲੋਵੈ ਜਲ ਮਥੈ, ਜਿਹੜਾ ਮਨੁੱਖ ਪਾਣੀ ਵਿੱਚ ਮਧਾਣੀ ਫੇਰ ਰਿਹਾ ਹੈ ਤੇ ਪਾਣੀ ਨੂੰ ਹੀ ਮੱਥੀ ਜਾ ਰਿਹਾ ਹੈ, ਪਾਣੀ ਨੂੰ ਹੀ ਰਿੜਕੀ ਜਾ ਰਿਹਾ ਹੈ ਤੇ ਤਤ ਲੋੜ ਹੈ ਤੇ ਚਾਹੁੰਦਾ ਹੈ ਕਿ ਤਤ ਮੈਨੇ ਮੱਖਣ, ਵੀ ਇਹ ਚੋਂ ਮੱਖਣ ਨਿਕਲ ਆਵੇ। ਇਹੋ ਜਿਹਾ ਮਨੁੱਖ ਕੀ ਅੰਧ ਅਗਿਆਨਾ, ਇਹੋ ਜਿਹਾ ਮਨੁੱਖ ਅਕਲ ਦਾ ਅੰਨਾ ਅਤੇ ਅਗਿਆਨੀ ਹੈ, ਕਿਉਂਕਿ ਪਾਣੀ ਨੂੰ ਰਿੜਕ ਕੇ ਕਦੀ ਵੀ ਮੱਖਣ ਨਹੀਂ ਨਿਕਲ ਸਕਦਾ। ਅਰਥਾਤ ਤੀਰਥਾਂ ਤੇ ਜਾ ਕੇ, ਵਰਤ ਰੱਖ ਕੇ, ਦਾਨ ਪੁੰਨ ਕਰਕੇ, ਹੋਰ ਬੇਅੰਤ ਕਿਸਮ ਦੇ ਕਰਮ ਕਾਂਡ ਕਰਕੇ ਕਿਸੇ ਵੀ ਕਿਸਮ ਦੀ ਆਤਮਿਕ ਜਿਹੜੀ ਅਵਸਥਾ ਹੈ, ਉੱਚੀ ਅਵਸਥਾ, ਉਹ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਇਹਨਾਂ ਕਿਰਿਆਵਾਂ ਦੇ ਨਾਲ ਨਹੀਂ ਮਿਲਦਾ। ਇਹਨਾਂ ਕਿਰਿਆਵਾਂ ਦੇ ਰਾਹੀਂ ਕਦੀ ਵੀ ਆਤਮਿਕ ਸੁਖ ਸ਼ਾਂਤੀ ਨਹੀਂ ਮਿਲਦੀ। ਸੋ ਅੱਗੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਗੁਰਮਤੀ ਦਦ ਮੱਥੀ ਹੈ, ਅੰਮ੍ਰਿਤ ਪਾਈਏ ਨਾਮ ਨਿਧਾਨਾ। ਪਰ ਜਦੋਂ ਮਨੁੱਖ ਦਹੀਂ ਨੂੰ ਰਿੜਕਦਾ ਤੇ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ। ਇਸੀ ਤਰ੍ਹਾਂ ਗੁਰੂ ਦੀ ਮੱਤ ਨੂੰ ਜੇ ਮੱਥੀਏ, ਅਰਥਾਤ ਗੁਰੂ ਦੀ ਮੱਤ ਨੂੰ ਆਪਣੇ ਵਿਚਾਰ ਮੰਡਲ ਦੇ ਵਿੱਚ ਰਿੜਕੀਏ, ਗੁਰੂ ਦੇ ਮੱਤ ਨੂੰ ਵਿਚਾਰੀਏ ਤੇ ਜੀਵਨ ਵਿੱਚ ਕਮਾਈਏ, ਤੇ ਫਿਰ ਕੀ ਮਿਲਦਾ? ਅੰਮ੍ਰਿਤ ਪਾਈਏ ਨਾਮ ਨਿਧਾਨਾ। ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ, ਜੋ ਸਾਰੇ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ, ਉਹ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਦਹੀਂ ਰਿੜਕ ਕੇ ਮੱਖਣ ਨਿਕਲਦਾ ਹੈ, ਇਸੀ ਤਰ੍ਹਾਂ ਗੁਰੂ ਦੀ ਮੱਤ ਨੂੰ ਜਦੋਂ ਵਿਚਾਰ ਮੰਡਲ ਵਿੱਚ ਰਿੜਕਿਆ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਮਨਮੁਖ ਤੱਤ ਨਾ ਜਾਣਨੀ, ਪਰ ਜਿਹੜੇ ਮਨ ਦੇ ਮਗਰ ਚੱਲਣ ਵਾਲੇ ਹਨ, ਜਿਹੜੇ ਕਹਿੰਦੇ ਨੇ ਮੈਂ ਬਹੁਤ ਅਮੀਰ ਹਾਂ, ਮੇਰੀ ਬੜੀ ਉੱਚੀ ਜਾਤ ਹੈ, ਮੈਂ ਬੜਾ ਪੜ੍ਹਿਆ ਲਿਖਿਆ ਹਾਂ, ਮੈਂ ਬੜਾ ਸਿਆਣਾ ਹਾਂ, ਮੈਨੂੰ ਗੁਰੂ ਦੀ ਮੱਤ ਦੀ ਕੋਈ ਲੋੜ ਨਹੀਂ, ਜੋ ਮਨ ਦੇ ਮੁਰੀਦ ਹੁੰਦੇ ਨੇ ਉਹ ਤੱਤ ਨਾ ਜਾਣਨੀ, ਉਹ ਇਸ ਭੇਦ ਨੂੰ, ਇਸ ਗੱਲ ਨੂੰ ਨਹੀਂ ਸਮਝਦੇ। ਪਸ਼ੂ ਮਾਹੇ ਸਮਾਨਾ, ਤੇ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਇਸ ਪਸ਼ੂ ਬਿਰਤੀ ਵਿੱਚ ਹੀ ਸਮਾਈ ਰਹਿੰਦੀ ਹੈ, ਪਸ਼ੂ ਬਿਰਤੀ ਵਿੱਚ ਹੀ ਲੀਨ ਰਹਿੰਦੇ ਹਨ। ਅਰਥਾਤ ਉਹ ਗੁਰੂ ਦੇ ਉਪਦੇਸ਼ ਨੂੰ ਨਹੀਂ ਪੜ੍ਹਦੇ, ਸੁਣਦੇ, ਨਹੀਂ ਵਿਚਾਰਦੇ ਤੇ ਆਪਣਾ ਜੀਵਨ ਇਸ ਤਰ੍ਹਾਂ ਹੀ ਮਰ ਖੱਪ ਕੇ, ਖਾ ਪੀ ਕੇ, ਸੌਂ ਕੇ ਤੇ ਵਿਅਰਥ ਦੇ ਕਰਮ ਕਾਂਡ ਕਰਕੇ ਹੀ ਗੁਜ਼ਾਰ ਦਿੰਦੇ ਹਨ। ਵਿਣ ਗੁਣ ਕੀਤੇ ਭਗਤ ਨਾ ਹੋਏ, ਅਰਥਾਤ ਬਾਹਰੋਂ ਧਾਰਮਿਕ ਪਹਿਰਾਵਾ ਵੀ ਹੋਵੇ, ਲੋਕਾਂ ਨੂੰ ਜਾਪੇ ਵੀ ਕਿ ਮਨੁੱਖ ਬੜਾ ਧਰਮੀ ਹੈ,
ਪਰ ਜੇ ਧਾਰਮਿਕ ਗੁਣ ਨਾ ਹੋਣ ਤੇ ਇਹੋ ਜਿਹੇ ਪਹਿਰਾਵੇ ਦਾ, ਇਹੋ ਜਿਹੇ ਨਾਮ ਦਾ ਕੋਈ ਲਾਭ ਨਹੀਂ ਹੈ। ਸੋ ਭਗਤੀ ਕਰਨ ਦੇ ਨਾਲ ਨਾਲ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਜੀਵਨ ਵਿੱਚ ਉਹ ਸਾਰੇ ਆਤਮਿਕ ਗੁਣ ਜਿਹੜੇ ਨੇ ਉਹ ਪ੍ਰਵੇਸ਼ ਕਰਨੇ ਚਾਹੀਦੇ ਹਨ। ਸੋ ਗੁਰੂ ਸਾਹਿਬ ਬੜੀ ਸੋਹਣੀ ਇੱਕ ਪੂਜਾ ਦੀ ਵਿਧੀ ਸਮਝਾਉਂਦੇ ਹਨ। ਸ਼ਲੋਕ ਮਹਲਾ ਪਹਿਲਾ, ਕਹਿੰਦੇ ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਜਿਸ ਮਨੁੱਖ ਨੇ ਸੱਚ ਨੂੰ ਆਪਣਾ ਵਰਤ ਬਣਾ ਲਿਆ ਹੈ, ਅਰਥਾਤ ਸੱਚ ਨੂੰ ਧਾਰਨ ਕਰਨ ਦਾ ਪ੍ਰਣ ਕਰ ਲਿਆ ਹੈ। ਜਿਵੇਂ ਵਰਤ ਦਾ ਮਤਲਬ ਹੁੰਦਾ ਪ੍ਰਣ ਕਰਨਾ। ਜਿਵੇਂ ਬੰਦਾ ਕਹਿੰਦਾ ਮੈਂ ਸਵੇਰ ਤੋਂ ਸ਼ਾਮ ਤੱਕ ਰੋਟੀ ਨਹੀਂ ਖਾਣੀ, ਤੇ ਉਹ ਕਿਸੇ ਦਾ ਪ੍ਰਣ ਹੈਗਾ, ਕਿਉਂਕਿ ਆਮ ਤੌਰ ਤੇ ਪ੍ਰਣ ਜਿਹੜਾ ਹੈ ਇਹ ਰੋਟੀ ਨਾ ਖਾਣ ਦਾ ਕੀਤਾ ਜਾਂਦਾ ਹੈ। ਸੋ ਵਰਤ ਦਾ ਅਸਲੀ ਮਤਲਬ ਹੈ ਪ੍ਰਣ ਕਰਨਾ, ਪ੍ਰਤਿੱਗਿਆ ਲੈਣੀ। ਪਰ ਕਿਉਂਕਿ ਆਮ ਤੌਰ ਤੇ ਰੋਟੀ ਨਾ ਖਾਣ ਦਾ ਪ੍ਰਣ ਜ਼ਿਆਦਾ ਪ੍ਰਚਲਿਤ ਹੈ, ਇਸ ਕਰਕੇ ਵਰਤ ਸਾਡੇ ਦਿਮਾਗ 'ਚ ਇਹ ਬੈਠ ਚੁੱਕਾ ਹੈ ਕਿ ਰੋਟੀ ਨਾ ਖਾਣ ਦਾ ਮਤਲਬ ਵਰਤ ਹੈ। ਸੋ ਵਰਤ ਦਾ ਮਤਲਬ ਹੈ ਪ੍ਰਤਿੱਗਿਆ ਕਰਨੀ। ਸੱਚ ਵਰਤ, ਜਿਸ ਮਨੁੱਖ ਨੇ ਇਸ ਗੱਲ ਦਾ ਵਰਤ ਰੱਖਿਆ ਕਿ ਸੱਚ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ। ਸੰਤੋਖ ਤੀਰਥ, ਤੇ ਜਿਸ ਮਨੁੱਖ ਨੇ ਤੀਰਥ ਨੂੰ, ਸੰਤੋਖ ਨੂੰ ਆਪਣਾ ਤੀਰਥ ਬਣਾਇਆ ਹੈ, ਜਿਸ ਮਨੁੱਖ ਦੇ ਵਿੱਚ ਰੱਜ ਆ ਗਿਆ ਹੈ, ਉਹਨੂੰ ਹੁਣ ਕੋਈ ਤ੍ਰਿਸ਼ਨਾ ਨਹੀਂ ਰਹਿ ਗਈ, ਉਹ ਉਹਦੇ ਵਾਸਤੇ ਤੀਰਥ ਹੈ। ਤੇ ਗਿਆਨ ਧਿਆਨ ਇਸ਼ਨਾਨ, ਜਿਸ ਮਨੁੱਖ ਨੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ ਲਿਆ ਤੇ ਗੁਰੂ ਦੇ ਗਿਆਨ ਰਾਹੀਂ ਜੀਵਨ ਦੀ ਸੂਝ-ਬੂਝ ਲੈ ਲਈ ਤੇ ਗੁਰੂ ਦੇ ਗਿਆਨ ਸਦਕਾ ਆਪਣੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਈ, ਇਹ ਉਹਦੇ ਲਈ ਤੀਰਥ ਦਾ, ਉਸ ਤੀਰਥ ਦਾ ਇਸ਼ਨਾਨ ਹੈ। ਦਇਆ ਦੇਵਤਾ, ਤੇ ਜਿਸ ਮਨੁੱਖ ਦਾ ਇਸ਼ਟ, ਉਹਦਾ ਦੇਵ, ਉਹ ਦਇਆ ਹੈ। ਖਿਮਾ ਜਪ ਮਾਲੀ, ਤੇ ਦੂਜਿਆਂ ਨੂੰ ਖਿਮਾ ਕਰ ਦੇਣ ਦਾ ਸੁਭਾਅ, ਦੂਜਿਆਂ ਨੂੰ ਮਾਫ ਕਰ ਦੇਣ ਦਾ ਸੁਭਾਅ, ਇਹ ਉਹਦੀ ਮਾਲਾ ਹੈ, ਉਹਦੀ ਸਿਮਰਨੀ ਹੈ। ਤੇ ਮਾਨਸ ਪ੍ਰਧਾਨ, ਇਹੋ ਜਿਹੇ ਮਨੁੱਖ ਬੜੇ ਉੱਚੇ ਸ੍ਰੇਸ਼ਟ ਹੁੰਦੇ ਹਨ। ਤੇ ਉਹ ਹੋਰ ਕੀ ਕਰਦੇ ਨੇ? ਕਹਿੰਦੇ ਜੁਗਤ ਧੋਤੀ, ਸੁਚੱਜਾ ਜੀਵਨ ਜੀਣ ਦੀ ਜਾਚ, ਜੀਵਨ ਨੂੰ ਕਿਵੇਂ ਜਿਉਣਾ ਹੈ ਉਹਨਾਂ ਨੂੰ ਇਹ ਗੱਲ ਸਮਝ ਆ ਜਾਏ, ਤੇ ਇਹ ਉਹਨਾਂ ਦੀ ਪੂਜਾ ਦੇ ਵੇਲੇ ਪਾਉਣ ਵਾਲੀ ਸਪੈਸ਼ਲ ਜਿਹੜੀ ਧੋਤੀ ਹੁੰਦੀ ਹੈ, ਜਿਹੜੀ ਬ੍ਰਾਹਮਣ ਲੋਕ ਪਾਉਂਦੇ ਨੇ, ਇਹ ਉਹਦੀ ਧੋਤੀ ਹੈ। ਸੁਰਤ ਚੌਂਕਾ, ਸੁਰਤ ਅਰਥਾਤ ਆਪਣੇ ਵਿਚਾਰ ਮੰਡਲ ਨੂੰ ਪਵਿੱਤਰ ਰੱਖਣਾ, ਉਹਦੇ 'ਚ ਭੈੜੇ ਵਿਚਾਰ ਨਾ ਆਉਣ ਦੇਣੇ। ਇਹ ਮੰਨ ਲਓ ਉਹਨੇ ਆਪਣੇ ਰਸੋਈ ਨੂੰ, ਚੌਂਕੇ ਨੂੰ, ਜਿੱਥੇ ਪ੍ਰਸ਼ਾਦ ਬਣਦਾ ਹੈ ਉਹਨੇ ਉਹਨੂੰ ਸੁੱਚਾ ਕਰ ਲਿਆ, ਚੌਂਕੇ ਨੂੰ ਸੁੱਚਾ ਕਰ ਲਿਆ। ਜੇ ਉਹਨੇ ਆਪਣੀ, ਇਹ ਉਹਦਾ ਸੁਰਤ ਨੂੰ ਪਵਿੱਤਰ ਰੱਖਣਾ, ਇਹ ਉਹਦਾ ਚੌਂਕੇ ਨੂੰ ਪਵਿੱਤਰ ਕਰਨਾ ਹੈ। ਤਿਲਕ ਕਰਨੀ ਹੋਏ, ਤੇ ਉਹਦਾ ਉੱਚਾ ਸੁੱਚਾ ਆਚਰਣ ਜਿਹੜਾ ਹੈ ਉਹ ਉਹਦਾ ਮੱਥੇ ਦੇ ਉੱਤੇ ਤਿਲਕ ਹੋਵੇ। ਭਾਉ ਭੋਜਨ ਨਾਨਕਾ, ਤੇ ਪਰਮਾਤਮਾ ਦੇ ਨਾਲ ਤੇ ਪਰਮਾਤਮਾ ਦੀ ਬਣਾਈ ਮਨੁੱਖਤਾ ਦੇ ਨਾਲ ਪ੍ਰੇਮ, ਇਹ ਉਹਦਾ ਆਤਮਿਕ, ਉਹਦਾ ਆਤਮਾ ਦਾ ਭੋਜਨ ਹੋਵੇ। ਹੇ ਨਾਨਕ ਵਿਰਲਾ ਤਾਂ ਕੋਈ ਕੋਏ, ਪਰ ਹੇ ਨਾਨਕ ਇਹੋ ਜਿਹੀ ਪੂਜਾ ਕੋਈ ਵਿਰਲਾ ਭਾਗਾਂ ਵਾਲਾ ਕਰਦਾ ਹੈ। ਸੋ ਅਸੀਂ ਚਾਹੁੰਦੇ ਹਾਂ ਮਤਲਬ ਕਿ ਅਸੀਂ ਆਓ ਅਰਦਾਸ ਕਰੀਏ ਵਾਹਿਗੁਰੂ ਅੱਗੇ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਵੀ ਇਸ ਤਰ੍ਹਾਂ ਦੀ ਪੂਜਾ ਕਰਨ ਦੀ ਸਮਝ ਬਖਸ਼। ਅੰਤ ਵਿੱਚ ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਧਾਰਮਿਕ ਜਗਤ ਵਿੱਚ ਇਹ ਬੜਾ ਮੰਨਿਆ ਜਾਂਦਾ ਹੈ ਕਿ ਜਿਹੜਾ ਪਰਿਵਾਰ ਹੈ ਉਹ ਆਤਮਿਕ ਤਰੱਕੀ ਵਿੱਚ ਬੜਾ ਇੱਕ ਰੋੜਾ ਹੈ, ਅੜਿੱਕਾ ਹੈ। ਇਸ ਕਰਕੇ ਅਸੀਂ ਦੇਖਦੇ ਹਾਂ ਜਿਹੜੇ ਧਾਰਮਿਕ ਮੁਖੀ ਨੇ ਕਈ ਸਾਰੇ, ਉਹ ਵਿਆਹ ਨਹੀਂ ਕਰਦੇ। ਸੋ ਗੁਰੂ ਸਾਹਿਬ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਤੇ ਇਹ ਸਮਝਾਇਆ ਹੈ ਕਿ ਗ੍ਰਸਥ ਦੀ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਹੈਗਾ, ਗ੍ਰਸਥ ਦੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਇਹ ਧਰਮ ਦਾ ਹਿੱਸਾ ਹੈ, ਕਿਉਂਕਿ ਪਰਮਾਤਮਾ ਆਪ ਵੀ ਗ੍ਰਸਥੀ ਹੈ ਜੋ ਇੰਨੀ ਵੱਡੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ। ਸੋ ਇਸ ਕਰਕੇ ਇਹ ਵਿਆਹ ਕਰਨਾ ਤੇ ਪਰਿਵਾਰ ਵਿੱਚ ਰਹਿਣਾ, ਪਰਿਵਾਰ ਨੂੰ ਪਾਲਣਾ ਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣੀਆਂ, ਇਹ ਇੱਕ ਬੜਾ ਵੱਡਾ ਜ਼ਿੰਮੇਵਾਰੀ ਦਾ, ਸਮਝਦਾਰੀ ਦਾ ਕੰਮ ਹੈ। ਤੇ ਜਿਹੜੇ ਬੰਦੇ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ, ਉਹ ਤੇ ਇੱਕ ਕਿਸਮ ਦੇ ਸਮਝੋ ਭਗੌੜੇ ਹੈਗੇ ਨੇ, ਉਹ ਤੇ ਉਸ ਜ਼ਿੰਮੇਵਾਰੀ ਤੋਂ ਭੱਜੇ ਹੋਏ ਨੇ, ਉਹ ਡਰ ਗਏ ਨੇ। ਸੋ ਜਿਹੜਾ ਮਨੁੱਖ ਨੇ ਖੁਦ ਵਿਆਹ ਨਹੀਂ ਕਰਾਇਆ ਜਾਂ ਉਹਦੇ ਕੋਲ ਪਰਿਵਾਰ ਨਹੀਂ ਹੈਗਾ, ਉਹ ਦੂਜੇ ਜਿਹੜੇ ਉਹਦੇ ਜਗਿਆਸੂ ਉਹਦੇ ਕੋਲ ਆਉਂਦੇ ਹੋਣਗੇ ਜਾਂ ਜਿਹੜੇ ਉਹਦੇ ਭਗਤ ਹੋਣਗੇ, ਉਹ ਉਹਨਾਂ ਨੂੰ ਕੀ ਸਲਾਹ ਦੇ ਸਕਦਾ ਹੈ ਜਾਂ ਉਹਨਾਂ ਨੂੰ ਕੀ ਸਮਝਾ ਸਕਦਾ ਹੈ ਕਿ ਪਰਿਵਾਰ ਵਿੱਚ ਸੁੱਖ ਆਰਾਮ ਕਿਵੇਂ ਮਿਲਦਾ ਹੈ। ਸੋ ਆਓ ਦੇਖੀਏ ਗੁਰੂ ਸਾਹਿਬ ਕੀ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਸੱਚ ਸਿਮਰਿਆ ਹੋਵੇ ਪ੍ਰਗਾਸ। ਸੱਚ ਦਾ ਅਰਥ ਹੈ ਸਦਾ ਥਿਰ ਪਰਮਾਤਮਾ। ਸਦਾ ਥਿਰ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆਂ ਪ੍ਰਗਾਸ ਹੋ ਜਾਂਦਾ ਹੈ, ਜੀਵਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਜੀਵਨ ਵਿੱਚ ਗਿਆਨ ਆ ਜਾਂਦਾ ਹੈ, ਜੀਵਨ ਦੀ ਸੂਝ-ਬੂਝ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ ਵਿਖਿਆ ਮੇਂ ਰਹੇ ਉਦਾਸ। ਵਿਖਿਆ ਮੈਨੇ ਜ਼ਹਿਰ ਅਰਥਾਤ ਮਾਇਆ।
ਉਦਾਸ ਮੈਨੇ ਨਿਰਲੇਪ। ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੇ ਸਿਮਰਨ ਵਿੱਚ ਜੁੜਦਾ ਹੈ, ਉਸ ਨੂੰ ਪ੍ਰਕਾਸ਼ ਹੋ ਜਾਂਦਾ ਹੈ, ਉਸ ਨੂੰ ਸੂਝ-ਬੂਝ ਮਿਲਦੀ ਹੈ, ਤੇ ਫਿਰ ਉਹ ਵਿਖਿਆ ਵਿੱਚ ਰਹਿ ਕੇ ਵੀ, ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਅਰਥਾਤ ਉਹਦੇ ਕੋਲ ਖੇਤ ਵੀ ਹੁੰਦੇ ਨੇ, ਉਹਦੇ ਕੋਲ ਟਰੈਕਟਰ ਵੀ ਹੁੰਦਾ ਹੈ, ਉਹਦੇ ਕੋਲ ਫੈਕਟਰੀ ਵੀ ਹੁੰਦੀ ਹੈ, ਜਾਂ ਉਹਦਾ ਪਰਿਵਾਰ ਵੀ ਹੈਗਾ, ਉਹਦੇ ਬੈਂਕ ਵਿੱਚ ਉਹਦਾ ਅਕਾਊਂਟ ਵੀ ਹੈਗਾ, ਉਹਦੇ ਕੋਲ ਗੱਡੀ ਵੀ ਹੈਗੀ ਹੈ, ਉਹਦੇ ਕੋਲ ਸਾਰੇ ਸੁੱਖ ਸਾਧਨ ਨੇ, ਧੀਆਂ ਪੁੱਤ ਵੀ ਨੇ। ਪਰ ਇਹਨਾਂ ਵਿੱਚ ਰਹਿੰਦੇ ਹੋਏ ਵੀ ਉਹ ਇਹ ਗੱਲ ਸਮਝ ਜਾਂਦਾ ਹੈ ਕਿ ਇਹ ਕੁਟੁੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਉਹ ਇਸ ਗੱਲ ਨੂੰ ਚੇਤੇ ਰੱਖਦਾ ਹੈ ਕਿ ਇਹ ਸਾਰੀ ਜਿਹੜੀ ਚੀਜ਼ਾਂ ਨੇ, ਇਹ ਪਰਮਾਤਮਾ ਦੀ ਦਿੱਤੀਆਂ ਦਾਤਾਂ ਨੇ, ਤੇ ਉਹਨੇ ਜਦੋਂ ਲੋੜ ਪਈ ਉਹਨੇ ਮੇਰੇ ਕੋਲੋਂ ਵਾਪਸ ਲੈ ਲੈਣੀਆਂ ਨੇ, ਤੇ ਮੈਂ ਇੱਥੇ ਧਰਤੀ ਤੇ ਪ੍ਰਾਹੁਣਾ ਹਾਂ। ਸੋ ਇਸ ਸੋਚ ਨੂੰ ਆਪਣੇ ਬੁੱਧੀ ਵਿੱਚ ਟਿਕਾ ਕੇ, ਗੁਰੂ ਦੀ ਮੱਤ ਨੂੰ ਲੈ ਕੇ, ਉਹ ਵਿਖਿਆ ਵਿੱਚ ਵੀ ਉਦਾਸ ਰਹਿੰਦਾ ਹੈ। ਕਹਿੰਦੇ ਸਤਿਗੁਰ ਕੀ ਐਸੀ ਵਡਿਆਈ, ਕਹਿੰਦੇ ਮੇਰੇ ਸਤਿਗੁਰੂ ਦੀ ਸ਼ਰਨ ਦੀ ਐਸੀ ਵਡਿਆਈ ਹੈ, ਐਸਾ ਕਮਾਲ ਹੈ ਕਿ ਪੁੱਤਰ ਕਲੱਤਰ ਵਿੱਚੇ ਗਤ ਪਾਈ। ਪੁੱਤਰ ਮੈਨੇ ਧੀਆਂ ਪੁੱਤਰ, ਕਲੱਤਰ ਮੈਨੇ ਪਤਨੀ, ਅਰਥਾਤ ਧੀਆਂ ਪੁੱਤਾਂ, ਪਤੀ ਪਤਨੀ, ਅਰਥਾਤ ਪਰਿਵਾਰ ਵਿੱਚ ਰਹਿ ਕੇ, ਕੁਟੁੰਬ ਵਿੱਚ ਰਹਿ ਕੇ ਵੀ ਮੈਂ ਉੱਚੀ ਆਤਮਿਕ ਅਵਸਥਾ, ਗਤ ਮੈਨੇ ਮੁਕਤੀ, ਉੱਚੀ ਆਤਮਿਕ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕਰ ਲਈ। ਸੋ ਪਿਆਰੇ ਸੱਜਣੋ ਮਿੱਤਰੋ, ਇਹ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਕੇ ਕੁਝ ਉਪਦੇਸ਼, ਜਿਹੜੇ ਕਿ ਆਪ ਜੀ ਦੇ ਨਾਲ ਮੈਂ ਸਾਂਝੇ ਕਰਨ ਦਾ ਯਤਨ ਕੀਤਾ ਹੈ, ਤੇ ਸੰਖੇਪ ਵਿੱਚ ਇਹਨਾਂ ਜਿਹੜੀਆਂ ਪੰਕਤੀਆਂ ਨੇ ਇਹਨਾਂ ਦੇ ਮੈਂ ਅਰਥ ਕਰਨ ਦਾ ਵੀ ਯਤਨ ਕੀਤਾ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।